ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ, ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਤੇ ਅੱਜ ਕੱਲ੍ਹ ਤੋਂ ਅੱਗੇ ਵਚਨ ਨੰਬਰ 410। ਅੱਜ ਪੂਜਯ ਮਨੀਸ਼ ਸਾਹਿਬ ਜੀ ਨੇ ਪਿੰਡ ਖਹਿਰੇ ਡੇਰੇ ਦੇ ਬਾਰੇ ਕੁਝ ਚਰਚਾ ਕੀਤੀ ਤੇ ਫਰਮਾਇਆ, ਇਸੇ ਤਰ੍ਹਾਂ ਹੀ ਖਹਿਰੇ ਡੇਰੇ ਤੇ ਸਰਦਾਰਾਂ ਨੇ ਕਬਜ਼ਾ ਕਰ ਲਿਆ ਸੀ। ਉਹ ਕੇਸ ਕੈਰੋਂ ਦੇ ਆਦਮੀ ਦਾ ਸੀ। ਉਹਨਾਂ ਨੇ ਵੀ ਉੱਥੇ ਬਹੁਤ ਪਾਪ ਕੀਤਾ ਸੀ ਤੇ ਸ਼ਰਾਬਾਂ ਪੀਤੀਆਂ, ਬੱਕਰੇ ਮਾਰੇ। ਪਿੰਡ ਕਰੰਡੀ ਦਾ ਇੱਕ ਪ੍ਰੇਮੀ ਸੀ ਸੱਜਣ ਸਿੰਘ। ਉਸ ਨੂੰ ਮਸਤਾਨਾ ਜੀ ਨੇ ਤਸੱਲੀ ਦਿੱਤੀ ਕਿ ਮਾਰ ਉਸ ਨੂੰ ਗੋਲੀ। ਉਸਨੇ ਇੱਕ ਆਦਮੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਬੜੀ ਮੁਸ਼ਕਲ ਨਾਲ ਸਰਦਾਰਾਂ ਨੂੰ ਡੇਰੇ 'ਚੋਂ ਕੱਢਿਆ ਸੀ। ਅਸੀਂ ਅਮਰਪੁਰ ਡੇਰੇ ਸਤਸੰਗ ਲਈ ਜਾਣਾ ਸੀ ਤਾਂ ਖਹਿਰੇ ਦੀ ਸੰਗਤ ਕਹਿਣ ਲੱਗੀ, ਜੀ ਉੱਧਰ ਜਾਂਦੇ ਹੋਏ ਥੋੜ੍ਹੀ ਦੇਰ ਖਹਿਰੇ ਡੇਰੇ 'ਚ ਲਾ ਜਾਣਾ। ਅਸੀਂ ਉੱਥੇ 2 ਘੰਟੇ ਹੀ ਲਾਏ ਸੀ। ਉੱਥੇ ਇੰਨਾ ਪਾਪ ਸੀ ਕਿ ਸਾਡੀ ਜ਼ੁਬਾਨ ਬੰਦ ਹੋ ਗਈ, ਬੋਲਿਆ ਨਾ ਜਾਵੇ। ਅਮਰਪੁਰ ਤਾਂ ਜਾ ਕੇ ਬੋਲਿਆ ਹੀ ਨਾ ਗਿਆ। ਉੱਥੇ ਫਿਰ ਟੇਪ ਹੀ ਲਾਈ ਗਈ। ਪਾਤਾਰਾਮ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਤਾਂ ਬੋਲਿਆ ਨਹੀਂ ਜਾਂਦਾ, ਸਤਸੰਗ ਤਾਂ ਇੰਨਾ ਸੋਹਣਾ ਹੋਇਆ ਹੈ। ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਟੇਪ ਲਾਈ ਹੋਈ ਹੈ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਇੱਥੇ ਜਗਮਾਲ ਵਾਲੀ ਡੇਰੇ ਆ ਕੇ ਵੀ ਅਸੀਂ 7 ਦਿਨ ਤੱਕ ਕਾਗਜ਼ 'ਤੇ ਲਿਖ ਕੇ ਚਾਹ ਵਗੈਰਾ ਮੰਗਦੇ ਰਹੇ ਸੀ। ਉੱਥੇ ਇੰਨਾ ਪਾਪ ਸੀ। ਵਚਨ ਨੰਬਰ 411। ਅੱਜ ਰਾਜਸਥਾਨ ਦੇ ਸ਼ਹਿਰ ਰਾਵਤਸਰ ਤੋਂ ਪ੍ਰੇਮੀ ਪ੍ਰੇਮ ਨੇ ਆਪਣੀ ਕਹਾਣੀ ਡੇਰੇ ਵਿੱਚ ਕਿਸ ਤਰ੍ਹਾਂ ਆਇਆ ਗੱਲ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਨਾਮ ਲੈਣ ਤੋਂ ਪਹਿਲਾਂ ਮੈਨੂੰ ਦੌਰੇ ਪੈਣ ਦੀ ਬਿਮਾਰੀ ਸੀ। ਅਸੀਂ ਬਹੁਤ ਹੀ ਇਲਾਜ ਕਰਵਾਇਆ ਸੀ। ਚੰਡੀਗੜ੍ਹ, ਲੁਧਿਆਣੇ, ਇੱਧਰ ਉੱਧਰ ਜਿੱਥੇ ਵੀ ਕਿਸੇ ਨੇ ਦੱਸਿਆ, ਅਸੀਂ ਕੋਈ ਇਲਾਜ ਕਰਾਉਣ ਦੀ ਕਸਰ ਨਹੀਂ ਛੱਡੀ ਸੀ। ਹਜ਼ਾਰਾਂ ਰੁਪਏ ਖਰਚ ਕਰ ਦਿੱਤੇ ਪਰ ਮੇਰਾ ਇਲਾਜ ਨਾ ਹੋਇਆ। ਇੱਥੇ ਸਰਸੇ ਡਾਕਟਰ ਸਾਗਵਾਨ ਦੇ ਹਸਪਤਾਲ ਬਾਹਰ ਬੋਰਡ 'ਤੇ ਲਿਖਿਆ ਹੋਇਆ ਸੀ ਕਿ ਅਗਰ ਸਾਡੇ ਕੋਲੋਂ ਇਲਾਜ ਕਰਾਉਣ ਦੇ ਬਾਅਦ ਅਗਰ ਦੌਰਾ ਪੈ ਜਾਏ 1000 ਰੁਪਇਆ ਇਨਾਮ ਦਿਆਂਗੇ। ਇੱਥੇ ਅਸੀਂ 12-13 ਦਿਨ ਰਹੇ। ਉਹਨਾਂ ਸਾਡਾ 4500 ਰੁਪਏ ਦਾ ਬਿੱਲ ਬਣਾਇਆ। ਆਖਰ ਸਾਰਾ ਕਰ ਕਰਾ ਕੇ ਡਾਕਟਰ ਥੱਕ ਗਏ ਪਰ ਮੈਂ ਠੀਕ ਨਾ ਹੋਇਆ। ਬਾਅਦ 'ਚ ਮੈਂ ਬਿਜਲੀ ਦੀ ਦੁਕਾਨ ਖੋਲ੍ਹ ਲਈ ਤਾਂ ਇੱਕ ਦਿਨ ਮੇਰੀ ਦੁਕਾਨ 'ਤੇ ਇੱਕ ਪ੍ਰੇਮੀ ਪੱਖਾ ਠੀਕ ਕਰਾਉਣ ਲਈ ਆਇਆ ਤਾਂ ਮੈਂ ਪੱਖੇ ਨੂੰ ਗਰੀਸ ਕਰ ਰਿਹਾ ਸੀ ਤਾਂ ਉਸ ਵੇਲੇ ਹੀ ਮੈਨੂੰ ਦੌਰਾ ਪੈ ਗਿਆ। ਅਤੇ ਜਦੋਂ ਵੀ ਮੈਨੂੰ ਦੌਰਾ ਪੈਂਦਾ ਸੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ। ਕਦੇ ਤਾਂ ਮੈਂ ਚਾਰਪਾਈ ਤੋਂ ਡਿੱਗ ਪੈਂਦਾ ਸੀ, ਕਦੇ ਨਾਲੀ 'ਚ ਡਿੱਗ ਪੈਂਦਾ ਸੀ, ਕਦੇ ਸੜਕ 'ਤੇ ਡਿੱਗ ਜਾਂਦਾ। ਜਦੋਂ ਮੈਨੂੰ ਦੌਰਾ ਆਇਆ ਤਾਂ ਉਸ ਪ੍ਰੇਮੀ ਨੇ ਮੈਨੂੰ ਚੱਕ ਕੇ ਬਿਠਾਇਆ ਅਤੇ ਪਾਣੀ ਵਗੈਰਾ ਪਿਲਾਇਆ। ਜਦੋਂ ਮੈਨੂੰ ਹੋਸ਼ ਆਈ ਤਾਂ ਉਸਨੇ ਮੈਨੂੰ ਸਲਾਹ ਦਿੱਤੀ ਕਿ ਅੱਗੇ ਤਾਂ ਤੇਰੀ ਮਰਜ਼ੀ ਹੈ, ਬਾਕੀ ਇੱਕ ਵਾਰੀ ਤੂੰ ਜਗਮਾਲ ਵਾਲੀ ਡੇਰੇ ਚੱਲ। ਮੈਂ ਕਿਹਾ, ਮੈਂ ਬਾਈ ਤਵੀਤ ਡੋਰੇ ਤਾਂ ਬਹੁਤ ਗਲ 'ਚ ਪਾ ਰੱਖੇ ਨੇ, ਚਲੋ ਤੇਰੇ ਕਹਿਣ ਨਾਲ ਡੇਰੇ ਵੀ ਜਾ ਆਉਂਦੇ ਹਾਂ। ਸਤਸੰਗ 'ਚ ਹਾਲੀ 3 ਦਿਨ ਪਏ ਸੀ। ਅਸੀਂ ਡੇਰੇ ਆਏ, ਪੂਜਯ ਮਨੀਸ਼ ਸਾਹਿਬ ਜੀ ਦਰਸ਼ਨ ਕੀਤੇ, ਨਾਮ ਲਿਆ। ਉਹ ਦਿਨ ਤੇ ਅੱਜ ਦਾ ਦਿਨ ਮੈਨੂੰ ਆਉਂਦਾ ਹੈ। ਮੈਨੂੰ ਦੌਰੇ ਦਾ ਨਾਮ ਵੀ ਯਾਦ ਨਹੀਂ। ਦੌਰਾ ਕੀ ਹੁੰਦਾ ਹੈ? ਜਿੰਨਾ ਵੀ ਹੋਇਆ ਭਜਨ ਸਿਮਰਨ ਕਰਦੇ ਰਹੇ। ਨਾਮ ਲੈਣ ਤੋਂ ਬਾਅਦ ਮੈਨੂੰ ਬਹੁਤ ਹੀ ਸ਼ਾਂਤੀ ਮਿਲੀ ਅਤੇ ਦੌਰੇ ਦੀ ਬਿਮਾਰੀ ਸਦਾ ਲਈ ਬਿਨਾਂ ਦਵਾ ਦਾਰੂ ਦੇ ਤੋਂ ਛੁੱਟੀ ਮਿਲ ਗਈ। ਫਿਰ ਪ੍ਰੇਮ ਨੇ ਆਪਣੇ ਪੜੋਸੀ ਜਸਦੇਵ ਦੀ ਔਰਤ ਦੀ ਗੱਲ ਸੁਣਾਈ ਜਿਸ ਨੂੰ ਭੂਤ ਤੰਗ ਕਰਿਆ ਕਰਦੇ ਸੀ ਅਤੇ ਬਹੁਤ ਹੀ ਦੁਖੀ ਅਤੇ ਪਰੇਸ਼ਾਨ ਸੀ। ਟੋਣੇ ਟੋਟਕੇ ਬਹੁਤ ਕਰਵਾਏ ਪਰ ਭੂਤਾਂ ਨੇ ਤੰਗ ਕਰਨੋਂ ਨਾ ਛੱਡਿਆ। ਪ੍ਰੇਮ ਨੇ ਦੱਸਿਆ ਕਿ ਸਾਡੇ ਘਰ ਵਾਟਰ ਵਰਕਸ ਦੀ ਟੂਟੀ ਲੱਗੀ ਹੋਈ ਸੀ ਅਤੇ ਉਸ ਦੀ ਔਰਤ ਸਾਡੇ ਘਰੋਂ ਪਾਣੀ ਲੈਣ ਆਉਂਦੀ ਸੀ। ਉਹਨਾਂ ਦੇ ਘਰ ਟੂਟੀ ਨਹੀਂ ਲੱਗੀ ਹੋਈ ਸੀ ਤਾਂ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਪ੍ਰੇਮ ਕਿਸੇ ਸਾਧ ਕੋਲ ਜਾਂਦਾ ਹੈ ਅਤੇ ਉਹ ਡੋਰਾ ਵਗੈਰਾ ਕਰਦਾ ਹੈ।
ਪ੍ਰੇਮ ਤਾਂ ਹੁਣ ਠੀਕ ਹੋ ਗਿਆ ਹੈ, ਤੁਸੀਂ ਉਸ ਕੋਲ ਆਪਣੀ ਗੱਲ ਕਰਨਾ। ਜਸਦੇਵ ਨੇ ਆਪਣੀ ਔਰਤ ਦੀ ਬਿਮਾਰੀ ਦੀ ਗੱਲ ਮੇਰੇ ਕੋਲ ਕੀਤੀ। ਸਿਆ ਯਾਰ ਅਸੀਂ ਤਾਂ ਬਹੁਤ ਹੀ ਪਰੇਸ਼ਾਨ ਹਾਂ। ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਕਿ ਫਲਾਣੀ ਜਗ੍ਹਾ ਡੇਰਾ ਹੈ, ਇਸ ਤਰ੍ਹਾਂ ਉੱਥੇ ਸੰਤ ਰਹਿੰਦੇ ਨੇ, ਸਤਸੰਗ ਕਰਦੇ ਨੇ। ਉਸ ਨੂੰ ਪੜ੍ਹਨ ਵਾਸਤੇ ਡੋਲੀ ਹੋਈ ਦੁਨੀਆ ਦਾ ਸਹਾਰਾ ਭਾਗ ਪਹਿਲਾ ਕਿਤਾਬ ਦਿੱਤੀ। ਤਾਂ ਉਹ ਕੀ ਕਰਦੇ, ਸ਼ਾਮ ਦੇ ਟਾਈਮ ਘਰ ਦੇ ਸਾਰੇ ਜਣੇ ਘਰ ਵਿੱਚ ਇਕੱਠੇ ਹੋ ਕੇ ਬੈਠ ਜਾਂਦੇ ਅਤੇ ਰੋਜ਼ 3-4 ਸਫ਼ੇ ਕਿਤਾਬ ਦੇ ਪੜ੍ਹਦੇ। ਜਦੋਂ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਦਿਨ ਤੋਂ ਹੀ ਸਾਰੀ ਬਿਮਾਰੀ ਭੂਤਾਂ ਪ੍ਰੇਤਾਂ ਵਾਲੀ ਠੀਕ ਹੋ ਗਈ ਅਤੇ ਨਾਲ ਹੀ ਉਸ ਦੀ ਔਰਤ ਦੇ ਛਾਤੀ 'ਚ ਰੀਂਹ ਦਾ ਦਰਦ ਚੱਲਦਾ ਸੀ, ਉਹ ਵੀ ਠੀਕ ਹੋ ਗਿਆ। ਘਰ ਦੇ ਸਾਰੇ ਮੈਂਬਰ ਇੰਨੇ ਖੁਸ਼ ਹੋਏ, ਹੁਣ ਤਾਂ ਸਾਰਾ ਪਰਿਵਾਰ ਡੇਰੇ ਸਤਸੰਗ 'ਤੇ ਆਉਣ ਲਈ ਤਿਆਰ ਸੀ। ਬਹੁਤ ਪਿਆਰ ਅਤੇ ਵਿਸ਼ਵਾਸ ਅਤੇ ਭਰੋਸੇ ਨਾਲ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਦੇਖ ਲਓ ਬਈ, ਕਿਤਾਬ ਪੜ੍ਹਨ ਨਾਲ ਹੀ ਭੂਤ ਹਟ ਗਏ। ਵਚਨ ਨੰਬਰ 412। ਅੱਜ ਭੁੱਚੋ ਮੰਡੀ ਤੋਂ 3-4 ਆਦਮੀ ਜੋ ਪਿੱਪਲੀ ਕੰਮ ਆਏ ਸੀ, ਦਰਬਾਰ 'ਚ ਪਹਿਲੀ ਵਾਰੀ ਦਰਸ਼ਨਾਂ ਲਈ ਆਏ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਉਹਨਾਂ ਲਈ ਥੋੜ੍ਹੀ ਦੇਰ ਸਤਸੰਗ ਕਰਦੇ ਹੋਏ ਫਰਮਾਇਆ, ਇਹ ਬਾਹਰ ਸਾਰਾ ਝਗੜਾ ਲੋਭ ਅਤੇ ਮਾਣ ਵਡਿਆਈ ਦਾ ਹੈ। ਲੜਨਾ ਤਾਂ ਮਨ ਨਾਲ ਸੀ, ਇਹਨਾਂ ਲੋਕਾਂ ਨੇ ਬਾਹਰ ਲੜਨਾ ਸ਼ੁਰੂ ਕਰ ਦਿੱਤਾ ਹੈ। ਅਤੇ ਫਿਰ ਫਰਮਾਇਆ, ਬਲਾ ਤਾਂ ਮਨ ਹੈ, ਇਸ ਦਾ ਕਿਸੇ ਨੂੰ ਵੀ ਖਿਆਲ ਨਹੀਂ। ਫਿਰ ਆਪ ਜੀ ਨੇ 10ਵੇਂ ਪਾਤਸ਼ਾਹ ਜੀ ਦੀ ਬਾਣੀ 'ਚੋਂ 2 ਸ਼ਬਦ, ਮਾਨਸ ਕੀ ਜਾਤ ਸਵੇ ਏਕੋ ਪਹਿਚਾਨ ਬੋ, ਜੈ ਜੈ ਭੇਖ ਜੁਸ ਤਨ ਮੈਂ ਧਾਰੇ ਬੁਲਾਏ। ਅਤੇ ਫਿਰ ਫਰਮਾਇਆ ਕਿ ਹਿੰਦੂ ਹਿੰਦੂ ਨਾਲ ਲੜ ਰਿਹਾ ਹੈ, ਸਿੱਖ ਸਿੱਖ ਨਾਲ ਲੜ ਰਿਹਾ ਹੈ, ਮੁਸਲਮਾਨ ਮੁਸਲਮਾਨ ਨਾਲ ਲੜ ਰਿਹਾ ਹੈ ਅਤੇ ਈਸਾਈ ਈਸਾਈ ਨਾਲ ਲੜ ਰਿਹਾ ਹੈ। ਅਤੇ ਫਿਰ ਫਰਮਾਇਆ ਕਿ ਈਸਾ ਨੇ ਕਿਹਾ ਹੈ ਕਿ ਤੁਸੀਂ ਮੇਰੇ ਸ਼ਿਸ਼ ਤਾਂ ਹੋ ਅਗਰ ਆਪਸ ਵਿੱਚ ਪਿਆਰ ਕਰਦੇ ਹੋ। ਅਤੇ ਫਿਰ ਫਰਮਾਇਆ, ਜਦੋਂ ਪਾਕਿਸਤਾਨ ਬਣਿਆ ਤਾਂ ਅਸੀਂ ਬਠਿੰਡੇ ਸੀ, ਅਸੀਂ ਕਿਹਾ ਹੁਣ ਹਿੰਦੂ ਅਤੇ ਮੁਸਲਮਾਨਾਂ ਦਾ ਰੌਲਾ ਹੈ, ਇਹਨਾਂ ਨੂੰ ਅੱਡ ਅੱਡ ਕਰ ਦਿਓ, ਫਿਰ ਇਹ ਹਿੰਦੂ ਆਪਸ 'ਚ ਲੜਨ ਲੱਗ ਜਾਣਗੇ, ਸਿੱਖ ਆਪਸ 'ਚ ਲੜਨ ਲੱਗ ਜਾਣਗੇ। ਇਸ ਤੋਂ ਬਾਅਦ ਭੁੱਚੋ ਮੰਡੀ ਤੋਂ ਆਏ ਇੱਕ ਸੇਠ ਜੀ ਨੇ ਕਿਹਾ ਕਿ ਬਾਬਾ ਜੀ, ਮੈਂ 1947 'ਚ ਜਵਾਨ ਸੀ ਅਤੇ ਮੈਂ ਉਦੋਂ ਤੋਂ ਹੀ ਦੁਨੀਆ ਦੇ ਹਾਲਾਤ ਦੇਖਦਾ ਆ ਰਿਹਾ ਹਾਂ। ਉਸ ਟਾਈਮ ਵੀ ਲੋਕਾਂ ਨੇ ਇੱਕ ਦੂਸਰੇ ਨੂੰ ਮਾਰ ਦਿੱਤਾ ਸੀ, ਨਾ ਕੁਛ ਉਦੋਂ ਬਣਿਆ ਅਤੇ ਨਾ ਕੁਛ ਹੁਣ ਬਣਨਾ ਹੈ। ਅਤੇ ਫਿਰ ਦੁਨੀਆ 'ਚ ਕੁਰਬਲ ਕਿਉਂ ਹੋ ਰਹੀ ਹੈ, ਇਸ ਦਾ ਰਿਜ਼ਲਟ ਕੀ ਨਿਕਲੇਗਾ? ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਇਹ ਤਾਂ ਇਸ ਤਰ੍ਹਾਂ ਹੀ ਚੱਲਣਾ ਹੈ। ਇਹ ਪੁਰਾਣੇ ਬਦਲੇ ਨੇ, ਕਈ ਨਵੇਂ ਨੇ ਅਤੇ ਕਈ ਪੁਰਾਣੇ। ਫਿਰ ਆਪ ਜੀ ਨੇ ਸਦਨੇ ਕਸਾਈ ਦੀ ਮਿਸਾਲ ਸੁਣਾਈ ਅਤੇ ਫਰਮਾਇਆ, ਜਿਨ੍ਹਾਂ ਨੇ ਉਦੋਂ 1947 'ਚ ਕਤਲ ਕੀਤਾ ਸੀ, ਹੁਣ ਤਾਂ ਉਹ ਬਦਲੇ ਲੈ ਰਹੇ ਨੇ। ਇੱਥੇ ਸਾਡੀ ਮਨਬੁੱਧੀ ਕੰਮ ਨਹੀਂ ਕਰਦੀ, ਬਾਕੀ ਇਸ ਦਾ ਫਰਜ਼ ਹੈ ਕਿ ਮਾਲਕ ਦੀ ਮੌਜ 'ਚ ਰਹੇ। ਇਹ ਜਿੰਨੇ ਵੀ ਦੁੱਖ ਸੁੱਖ ਨੇ, ਇਹ ਸਾਰੇ ਅਸੀਂ ਕਰਮਾਂ ਦੇ ਹਿਸਾਬ ਨਾਲ ਲਿਖਵਾ ਕੇ ਲਿਆਏ ਹਾਂ। ਦੁੱਖ ਸੁੱਖ ਕਰਤੇ ਤੁਰਲੁਖ ਪਾਇਆ, ਦੂਜਾ ਪਾਓ ਆਪ ਵਰਤਾਇਆ, ਗੁਰਮੁਖ ਹੋ ਸੋ ਲਪਤੋ ਵਰਤੇ, ਮਨਮੁਖ ਕਾ ਕਿਆ ਵਸਾਹਾ। ਇਹ ਨਾ ਵਧਣਾ ਹੈ ਅਤੇ ਨਾ ਘਟਣਾ ਹੈ। ਅਸੀਂ ਕਹਿੰਦੇ ਹਾਂ ਕਿ ਆਪਣੇ ਘਰ ਸੁੱਖ ਹੈ, ਸਾਡਾ ਇਹ ਦੇਸ਼ ਨਹੀਂ, ਸਾਡਾ ਦੇਸ਼ ਤਰਲੋਕੀ ਤੋਂ ਪਾਰ ਚੌਥਾ ਲੋਕ ਹੈ, ਉੱਥੋਂ ਆਤਮਾ ਆਈ ਹੈ। ਜਦ ਤੱਕ ਉੱਥੇ ਨਹੀਂ ਪਹੁੰਚਦੀ, ਇਸ ਨੂੰ ਸੁੱਖ ਨਹੀਂ। ਅਤੇ ਫਿਰ ਫਰਮਾਇਆ, ਫਕੀਰ ਦੁਨੀਆ ਦੇ ਸੁਧਾਰ ਲਈ ਨਹੀਂ ਆਉਂਦੇ, ਉਹ ਤਾਂ ਕਹਿੰਦੇ ਨੇ ਕਿ ਦੁਬਾਰਾ ਇਹਨਾਂ ਦੁੱਖਾਂ ਸੁੱਖਾਂ ਦੇ ਦੇਸ਼ 'ਚ ਆਉਣਾ ਹੀ ਨਾ ਪਏ, ਨਿਕਲੋ ਇੱਥੋਂ। ਇਹ ਦੁਨੀਆ ਤਾਂ ਇਸੇ ਤਰ੍ਹਾਂ ਹੀ ਚੱਲਣੀ ਹੈ, ਇਹ ਨਾ ਸੁਧਰੀ ਹੈ ਔਰ ਨਾ ਸੁਧਰਨੀ ਹੈ। ਇਸ ਨੂੰ ਤਾਂ ਚਾਹੀਦਾ ਹੈ ਕਿ ਮਾਲਕ ਦੀ ਰਜ਼ਾ 'ਚ ਰਾਜ਼ੀ ਰਹਿੰਦਾ ਹੋਇਆ ਭਜਨ ਸਿਮਰਨ ਕਰਕੇ ਆਪਣੇ ਛੁਟਕਾਰੇ ਦਾ ਬੰਦੋਬਸਤ ਕਰੇ। ਅਤੇ ਫਿਰ ਫਰਮਾਇਆ, ਇਹ ਮਾਲਕ ਦੀ ਰਜ਼ਾ 'ਚ ਰਹੇ। ਬੱਚਾ ਮਰ ਗਿਆ, ਉਸ ਦੀ ਮੌਜ, ਪੈਦਾ ਹੋ ਗਿਆ, ਉਸ ਦੀ ਮੌਜ, ਐਵੇਂ ਹਾਏ ਹਾਏ ਨਾ ਕਰੇ। ਫਿਰ ਆਪ ਜੀ ਨੇ ਲਖਨਊ ਦੀ ਗੋਮਤੀ ਨਦੀ ਦੇ ਕਿਨਾਰੇ ਬਣੇ ਸ਼ਮਸ਼ਾਨ ਘਾਟ 'ਚ ਬਣੀ ਇੱਕ ਕਬਰ ਦੀ ਗੱਲ ਸੁਣਾਈ। ਫਰਮਾਇਆ ਕਿ ਮਰ ਕੇ ਜਾਊ ਕਿੱਥੇ, ਜਹਾਂ ਆਸਾ ਤਹਾਂ ਵਾਸਾ।
ਇਸੇ ਤਰ੍ਹਾਂ ਹੀ ਇਹ ਜੀਵ ਫਸਿਆ ਹੈ। ਆਪਣੀ ਅਕਲ ਨਾਲ ਥੋੜ੍ਹਾ ਬਹੁਤ ਇੰਤਜ਼ਾਮ ਰੱਖੇ, ਬਾਕੀ ਉਸ ਦੀ ਮੌਜ 'ਚ ਰਹੇ। ਤੇ ਫਿਰ ਫਰਮਾਇਆ, ਜਿਹੜੇ ਤਾਂ ਮਨਮੁਖ ਨੇ ਉਹ ਤਾਂ ਹਾਏ ਹਾਏ ਹੀ ਕਰਦੇ ਰਹੇ, ਫਲਾਣੇ ਨੇ ਇਹ ਕਰ ਲਿਆ, ਫਲਾਣੇ ਨੇ ਇਹ ਕਰ ਲਿਆ। ਅਤੇ ਜਿਹੜੇ ਗੁਰਮੁਖ ਨੇ ਉਹ ਮਾਲਕ ਦੀ ਰਜ਼ਾ 'ਚ ਰਹਿੰਦੇ ਨੇ। ਇਹ ਤਾਂ ਇਸੇ ਤਰ੍ਹਾਂ ਹੀ ਚੱਲਣਾ ਹੈ। ਆਪਣਾ ਭਜਨ ਸਿਮਰਨ ਕਰਕੇ ਛੁਟਕਾਰੇ ਦਾ ਇੰਤਜ਼ਾਮ ਕਰਦੇ ਨੇ। ਸਾਡੇ ਦੇਖਦੇ ਦੇਖਦੇ ਕਿੰਨੇ ਨਮੂਨੇ ਬਦਲ ਗਏ ਨੇ। ਪਹਿਲਾਂ ਲੰਬੇ ਲੰਬੇ ਚੋਲੇ ਪਾਉਂਦੇ ਸੀ, ਫਿਰ ਤੰਗ ਪਾਉਣ ਲੱਗ ਗਏ, ਫਿਰ ਉੱਚੇ ਪਾਉਣ ਲੱਗ ਗਏ। ਹੁਣ ਦੇਖ ਲਓ ਕਿਵੇਂ ਹੈ। ਇਸੇ ਤਰ੍ਹਾਂ ਹੀ ਮਨ ਬਦਲਦਾ ਰਹਿੰਦਾ ਹੈ। ਇਹ ਤਾਂ ਟਿਕ ਟਿਕ 'ਚ ਹੀ ਕੰਮ ਕਰਨਾ ਪੈਂਦਾ ਹੈ। ਫਿਰ ਫਰਮਾਇਆ, ਕੁਰਬਲ ਕੁਰਬਲ 'ਚ ਹੀ ਕਰਨਾ ਪੈਂਦਾ ਹੈ। ਇਹ ਸਾਰਾ ਝਗੜਾ ਮਾਇਆ ਦਾ ਹੈ, ਮਨ ਵਡਿਆਈ ਦਾ ਹੈ। ਅਤੇ ਫਿਰ ਫਰਮਾਇਆ, ਇਹ ਪੁਰਾਣੇ ਬਦਲੇ ਨੇ, ਕੋਈ ਨਵੇਂ ਨੇ ਅਤੇ ਕੋਈ ਪੁਰਾਣੇ। ਇਸੇ ਤਰ੍ਹਾਂ ਹੀ ਜਦੋਂ ਕੰਮ ਵੱਧ ਜਾਂਦਾ ਹੈ ਅਤੇ ਫਿਰ ਕੋਈ ਨਮੂਨਾ ਹੋਰ ਬਣਦਾ ਹੈ ਅਤੇ ਫਿਰ ਦੁਨੀਆ ਖਤਮ ਹੋਏਗੀ। ਫਿਰ ਲੋਕ ਆਪਸ 'ਚ ਪ੍ਰੇਮ ਕਰਨ ਲੱਗ ਜਾਣਗੇ। ਇਹ ਚੱਕਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਵਚਨ ਨੰਬਰ 413। ਅੱਜ ਦਿੱਲੀ ਨਰੇਲਾ ਤੋਂ ਇੱਕ ਚਿੱਠੀ ਆਈ ਜੋ ਪੂਜਯ ਮਨੀ ਸਾਹਿਬ ਜੀ ਦੇ ਹੁਕਮ ਮੁਤਾਬਕ ਚੌਧਰੀ ਖਿਆਲੀ ਰਾਮ ਜੀ ਨੇ ਲਾਈਟ ਨਾ ਹੋਣ ਕਰਕੇ ਬੈਟਰੀ ਲਾ ਕੇ ਪੜ੍ਹੀ। ਤਾਂ ਨਰੇਲੇ ਦਾ ਜ਼ਿਕਰ ਕਰਦੇ ਹੋਏ ਪੂਜਯ ਮਨੀ ਸਾਹਿਬ ਜੀ ਨੇ ਹੱਸਦੇ ਹੋਏ ਫਰਮਾਇਆ, ਨਰੇਲੇ ਠੱਗ ਬਹੁਤ ਨੇ। ਅਤੇ ਫਿਰ ਫਰਮਾਇਆ, ਹੁਣ ਨਰੇਲੇ ਵੀ ਜਾ ਕੇ ਸਤਸੰਗ ਕਰਨਾ ਪਏਗਾ। ਅਤੇ ਨਾਲ ਹੀ ਫਰਮਾਇਆ, ਜਦੋਂ ਰਗੜਾ ਚੜ੍ਹਦਾ ਹੈ ਉਦੋਂ ਹੀ ਚਿੱਠੀ ਲਿਖਦੇ ਨੇ। ਵਚਨ ਨੰਬਰ 415। ਅੱਜ ਕਵਿਰਾਜ ਜੰਟਾ ਜੀ ਨੇ ਬਠਿੰਡਾ ਵਾਲੇ ਪ੍ਰੇਮੀ ਕਾਟੇ ਦੇ ਘਰ ਦੀ ਗੱਲ ਸੁਣਾਈ। ਉਹਨਾਂ ਦਾ ਇੱਕ 5-6 ਸਾਲ ਦਾ ਬੱਚਾ ਸੀ ਜੋ ਤਕਰੀਬਨ 16 ਫੁੱਟ ਮਕਾਨ ਤੋਂ ਅਚਾਨਕ ਥੱਲੇ ਫਰਸ਼ 'ਤੇ ਡਿੱਗ ਪਿਆ। ਘਰ ਦੇ ਸਾਰੇ ਘਬਰਾ ਗਏ। ਬੱਚੇ ਦੇ ਕੋਈ ਖ਼ਾਸ ਚੋਟ ਵੀ ਨਹੀਂ ਲੱਗੀ, ਪਰ ਬੇਹੋਸ਼ ਹੋ ਗਿਆ। ਤਾਂ ਹੋਸ਼ ਆਉਣ ਤੋਂ ਬਾਅਦ ਬੱਚੇ ਨੂੰ ਪੁੱਛਿਆ ਗਿਆ ਕਿ ਤੇਰੇ ਤਾਂ ਸੱਟ ਵੀ ਨਹੀਂ ਲੱਗੀ, ਤੂੰ ਬਚਿਆ ਕਿਵੇਂ? ਤਾਂ ਬੱਚਾ ਕਹਿਣ ਲੱਗਾ, ਮੈਨੂੰ ਡੇਰੇ ਜਗਮਾਲ ਵਾਲੇ ਬਾਬੇ ਨੇ ਹੱਥਾਂ 'ਤੇ ਚੱਕ ਕੇ ਬਚਾਇਆ ਹੈ। ਵਚਨ ਨੰਬਰ 416। ਅੱਜ ਰਾਤ ਦੀ ਮਜਲਿਸ 'ਚ ਪੂਜਯ ਮਨੀ ਸਾਹਿਬ ਜੀ ਨੇ ਰਾਵਤਸਰ ਤੋਂ ਪ੍ਰੇਮੀ ਬੇਦ ਦੀ ਗੱਲ ਕਰਦੇ ਹੋਏ ਫਰਮਾਇਆ, ਦੇਖ ਲਓ ਬਈ ਕਿਵੇਂ ਸਤਿਗੁਰ ਲਿਆਉਂਦਾ ਹੈ। ਪਹਿਲਾਂ ਕਿੰਨੀ ਸ਼ਰਾਬ ਪੀਂਦਾ ਸੀ ਅਤੇ ਇੱਕ ਨੰਬਰ ਦਾ ਲਫੰਗਾ ਸੀ। ਪ੍ਰੇਮ ਨੇ ਦੱਸਿਆ ਕਿ ਚਾਰਪਾਈ ਤੋਂ ਡਿੱਗ ਜਾਂਦਾ ਸੀ। ਇੱਕ ਦਿਨ ਸਵੇਰੇ ਹੀ ਮੇਰੇ ਘਰੇ ਆਇਆ, ਕਹਿੰਦਾ ਇੱਕ ਸਰਦਾਰ ਦੇ ਦਰਸ਼ਨ ਹੋਏ ਸੀ ਅਤੇ ਫਿਰ ਮੇਰੇ ਘਰੇ ਲੱਗੀ ਫੋਟੋ ਦੇਖੀ ਅਤੇ ਕਹਿੰਦਾ ਇਹ ਕੌਣ ਨੇ? ਪ੍ਰੇਮ ਨੇ ਦੱਸਿਆ ਕਿ ਇਹ ਡੇਰਾ ਜਗਮਾਲ ਵਾਲੇ ਸੰਤ ਨੇ। ਅਤੇ ਵੇਦ ਕਹਿੰਦਾ ਕਿ ਰਾਤ ਇਹੀ ਸੰਤ ਮੇਰੇ ਕੋਲ ਆਏ ਸੀ। ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਸਾਡੇ ਨਾਲ ਵਾਅਦਾ ਕਰ ਕਿ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਏਗਾ, ਫਿਰ ਨਾਮ ਦਿਆਂਗੇ। ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਦੇਖ ਲਓ ਬਈ, ਪਹਿਲਾਂ 1 ਮਹੀਨਾ ਸ਼ਰਾਬ ਛੱਡੀ ਸੀ, ਫਿਰ ਨਾਮ ਲਿਆ ਸੀ। ਅਤੇ ਫਿਰ ਫਰਮਾਇਆ, ਕਿਵੇਂ ਕਿਵੇਂ ਸਤਿਗੁਰ ਜੀਵਾਂ ਨੂੰ ਪਕੜਦਾ ਹੈ। ਵਚਨ ਨੰਬਰ 417। ਅੱਜ ਪਿੰਡ ਜਸਾਣੀਏ ਵਾਲੇ ਲਾਂਗਰੀ ਸੋਹਣ ਲਾਲ ਨਾਲ ਗੱਲਬਾਤ ਕਰਦੇ ਹੋਏ ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਸੋਹਣ ਲਾਲ ਅੱਜ ਕੀ ਬਣਾਇਆ ਹੈ? ਤਾਂ ਸੋਹਣ ਲਾਲ ਨੇ ਜਵਾਬ ਦਿੱਤਾ, ਜੀ ਬੌਲੀ 'ਚ ਚੌਲ ਪਾ ਕੇ ਖੀਰ ਬਣਾਈ ਹੈ। ਤਾਂ ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਬੌਲੀ 'ਚ ਚੀਨੀ ਪਾਈ ਹੋਣੀ ਹੈ। ਤਾਂ ਮੋਹਣ ਲਾਲ ਨੇ ਕਿਹਾ, ਨਹੀਂ ਜੀ, ਗੁੜ ਹੀ ਪਾਇਆ ਹੈ। ਤਾਂ ਨਾਲ ਹੀ ਪੂਰਨ ਕਲੋਨੀ ਵਾਲਾ ਕਹਿਣ ਲੱਗਾ, ਜੀ ਖੀਰ 'ਚ ਗੁੜ ਹੀ ਪਾਇਆ ਹੈ। ਤਾਂ ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਇਹ ਵੀ ਇਸ ਦਾ ਦਲਾਲ ਹੈ। ਅਤੇ ਨਾਲ ਹੀ ਪੂਜਯ ਮਨੀ ਸਾਹਿਬ ਜੀ ਨੇ ਸੱਜਣ ਸਿੰਘ ਨੂੰ ਫਰਮਾਇਆ ਕਿ ਤੂੰ ਸੋਹਣ ਲਾਲ ਦਾ ਖਿਆਲ ਰੱਖਿਆ ਕਰ। ਤਾਂ ਸੱਜਣ ਸਿੰਘ ਜੀ ਕਹਿਣ ਲੱਗੇ, ਨਹੀਂ ਜੀ, ਸੋਹਣ ਲਾਲ ਤਾਂ ਮੇਰੀ ਮਾਊ ਹੈ। ਤਾਂ ਕਲੋਨੀ ਵਾਲੇ ਪੂਰਨ ਜੀ ਨੇ ਹੱਸਦੇ ਹੋਏ ਕਹਿਣ ਲੱਗੇ, ਬਾਬਾ ਜੀ, ਵੋਟਾਂ ਤਾਂ ਬਾਗੜੀਆਂ ਦੀ ਹੀ ਜ਼ਿਆਦਾ ਰਹਿਣਗੀਆਂ। ਤਾਂ ਇਹ ਸੁਣ ਕੇ ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਚਲੋ ਬਈ, ਅਸੀਂ ਫਿਰ ਇੱਥੇ ਕੀ ਕਰਨਾ ਹੈ। ਅਤੇ ਫਿਰ ਬਾਲੂ ਰਾਮ ਨੂੰ ਮੁਖਾਤਬ ਹੋ ਕੇ ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਮਾਰਵਾੜ ਹੀ ਚੱਲਦੇ ਹਾਂ। ਬਾਲੂ ਰਾਮ ਨੇ ਕਿਹਾ, ਚਲੋ ਜੀ। ਅਤੇ ਫਿਰ ਪੂਜਯ ਮਨੀ ਸਾਹਿਬ ਜੀ ਨੇ ਫਿਰ ਫਰਮਾਇਆ, ਅਸੀਂ ਤਾਂ ਫਿਰ ਆਪਣਾ ਬਿਸਤਰਾ ਚੱਕਦੇ ਹਾਂ ਬਾਈ, ਅਸੀਂ ਫਿਰ ਇੱਥੇ ਡੇਰੇ 'ਚ ਕੀ ਕਰਨਾ ਹੈ। ਤਾਂ ਜੰਟਾ ਕਵਿਰਾਜ ਜੀ ਕਹਿਣ ਲੱਗੇ, ਬਾਬਾ ਜੀ, ਜੇ ਤੁਸੀਂ ਉੱਧਰ ਚਲੇ ਗਏ
ਤਾਂ ਇੱਥੇ ਡੇਰੇ ਵਿੱਚ ਕਾਂ ਹੀ ਬੋਲਣਗੇ। ਤਾਂ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਅਤੇ ਫਿਰ ਫਰਮਾਇਆ, ਤੁਸੀਂ ਇੱਥੇ ਖੀਰਾਂ ਖਾਓ। ਤਾਂ ਪੂਰਨ ਕਲੋਨੀ ਵਾਲੇ ਜੀ ਕਹਿਣ ਲੱਗੇ, ਬਾਬਾ ਜੀ ਜੇ ਤੁਸੀਂ ਇੱਥੋਂ ਚਲੇ ਗਏ ਫਿਰ ਤਾਂ ਕਾਂ ਵੀ ਨਹੀਂ ਆਉਣੇ, ਅਤੇ ਜਦੋਂ ਤੁਸੀਂ ਡੇਰੇ ਤੋਂ ਚਲੇ ਜਾਂਦੇ ਹੋ ਅਤੇ ਬਾਅਦ 'ਚ ਤਾਂ ਹਵਾ ਵੀ ਹੋਰ ਚੱਲਣ ਲੱਗ ਜਾਂਦੀ ਹੈ। ਵਚਨ ਨੰਬਰ 418। ਅੱਜ ਹਰਿਆਣੇ 'ਚ ਲੱਗੀ ਦਫਾ 144 ਦਾ ਜ਼ਿਕਰ ਕਰਦੇ ਹੋਏ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਹੁਣ ਤਾਂ ਸਤਸੰਗ ਦਾ ਵੀ ਮੁਸ਼ਕਲ ਹੋ ਗਿਆ ਹੈ। ਮਹਾਰਾਜ ਚਰਨ ਸਿੰਘ ਜੀ ਨੇ ਵੀ ਸਤਸੰਗ ਬੰਦ ਕਰ ਰੱਖਿਆ ਹੈ। ਅਤੇ ਫਿਰ ਫਰਮਾਇਆ, ਕਾਲ ਫਕੀਰਾਂ ਨੂੰ ਵੀ ਕੰਮ ਨਹੀਂ ਕਰਨ ਦਿੰਦਾ। ਸਾਡਾ ਤਾਂ ਖਿਆਲ ਸੀ ਕਿ ਐਤਕੀ ਨੇੜੇ ਘੂਕਿਆਂ ਵਾਲੀ ਗਦਰਾਣਾ ਅਤੇ ਚੋਰ ਮਾਰ ਗੇੜਾ ਕੱਢ ਦਈਏ। ਵਚਨ ਨੰਬਰ 419। ਅੱਜ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਜਿਹੜੇ ਸਤਿਗੁਰ ਦੇ ਜੀਵ ਚੋਲਾ ਛੱਡਦੇ ਨੇ ਅਤੇ ਜਿਹੜੇ ਸਤਿਗੁਰ ਦੇ ਰੂਹ ਨੇ ਉਹਨਾਂ ਦਾ ਚਿਹਰਾ ਹੀ ਹੋਰ ਹੋਵੇਗਾ, ਅਤੇ ਜਿਹੜੇ ਦੂਸਰੇ ਨੇ ਉਹਨਾਂ ਦਾ ਚਿਹਰਾ ਹੋਰ ਹੀ ਹੋਵੇਗਾ। ਵਚਨ ਨੰਬਰ 420। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਗੁਰਬਾਣੀ ਦਾ ਸ਼ਬਦ ਸੰਤਾਂ ਦੀ ਹੋਇਦਾਸਰੀ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਇੱਕ ਦੋ ਸ਼ਬਦ ਹੀ ਸਾਰੀ ਗੱਲ ਖੋਲ੍ਹ ਦਿੰਦੇ ਨੇ। ਕਹਿੰਦੇ ਕਿ ਸੰਤਾਂ ਦੇ ਦਾਸ ਬਣ ਜਾਓ, ਫਿਰ ਮਾਲਕ ਦੂਰ ਨਹੀਂ। ਅਤੇ ਫਿਰ ਫਰਮਾਇਆ, ਇਹ ਮਾਲਕ ਕੋਲ ਜਾਣ ਦੀ ਸਭ ਤੋਂ ਸੌਖੀ ਤਰਕੀਬ ਹੈ। ਉਹਨਾਂ ਦਾ ਹੁਕਮ ਮੰਨਣਾ ਇਹ ਸ਼ਿੰਗਾਰ ਹੈ। ਆਪਣੀ ਸਾਰੀ ਅਕਲ ਛੱਡ ਦੇ, ਇਹ ਅਕਲਾਂ ਹੀ ਮਾਰਦੀਆਂ ਨੇ। ਜਦ ਇਹ ਸਿਮਰਨ ਕਰਦਾ ਹੈ ਤਾਂ ਅੰਦਰ ਸ਼ਬਦ ਨਾਲ ਤਲਕ ਪੈਂਦਾ ਹੈ। ਸ਼ਬਦ 'ਚ ਲਗਨ ਲੱਗੀ ਰਹੇ, ਪਰ ਇਹ ਝੱਟ ਥੱਲੇ ਆਉਂਦਾ ਹੈ। ਇਹ ਹੈ ਸੱਤ ਕੀ ਸੇਜ ਵਿਛਾਉਣੀ। ਕਿਆ ਕਿ ਹੰਕਾਰ ਨਾ ਹੋਵੇ, ਦੀਨਤਾ ਨਾਲ ਕਰੇ। ਵਚਨ ਨੰਬਰ 421। ਪੂਜਯ ਮਨੇਰ ਸਾਹਿਬ ਜੀ, ਕੀ ਨਾਮ ਹੈ ਕਲਾਲ ਮਾਜਰੇ ਵਾਲੇ ਦਾ? ਪਾਲ ਸਿੰਘ, ਤੂੰ ਤਾਂ ਘਰ ਹੀ ਭੁੱਲ ਗਿਆ। ਤਾਂ ਪਾਲ ਸਿੰਘ ਨੇ ਕਿਹਾ, ਬਾਬਾ ਜੀ ਜਿਹੜਾ ਡੇਰੇ 'ਚ ਸੁੱਖ ਹੈ ਉਹ ਕਿਤੇ ਨਹੀਂ। ਤਾਂ ਮਨੇਰ ਸਾਹਿਬ ਜੀ ਨੇ ਫਰਮਾਇਆ, ਕੀ ਕੰਮ ਕਰਦਾ ਹੈ? ਪਾਲ ਸਿੰਘ ਨੇ ਕਿਹਾ, ਜੀ ਮਿਹਨਤ ਮਜ਼ਦੂਰੀ ਕਰੀਦੀ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਤੇ ਗੁਜ਼ਾਰਾ ਕਿਵੇਂ ਚੱਲਦਾ ਹੈ? ਪਾਲ ਸਿੰਘ ਨੇ ਕਿਹਾ, ਬਸ ਜੀ ਤੁਸੀਂ ਹੀ ਚਲਾਉਣ ਵਾਲੇ ਹੋ। ਮਨੇਰ ਸਾਹਿਬ ਜੀ ਨੇ ਫਰਮਾਇਆ, ਸ਼ਾਦੀ ਹੋਈ ਹੈ? ਤੇ ਪਾਲ ਸਿੰਘ ਨੇ ਕਿਹਾ, ਹਾਂ ਜੀ। ਤੇ ਮਨੇਰ ਸਾਹਿਬ ਜੀ ਨੇ ਫਰਮਾਇਆ, ਉਹਦਾ ਗੁਜ਼ਾਰਾ ਕਿਵੇਂ ਚੱਲਦਾ ਹੈ? ਤੇ ਪਾਲ ਸਿੰਘ ਨੇ ਕਿਹਾ, ਜੀ ਤੁਸੀਂ ਹੀ ਚਲਾਉਂਦੇ ਹੋ। ਤਾਂ ਪਾਲ ਸਿੰਘ ਜੀ ਦੀ ਗੱਲ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਅਤੇ ਫਰਮਾਇਆ, ਇਹ ਠੀਕ ਹੈ, ਤੂੰ ਇੱਥੇ ਕੰਮ ਕਰ, ਅਸੀਂ ਉੱਥੇ ਤੇਰਾ ਘਰੇ ਜਾ ਕੇ ਕੰਮ ਕਰਾਂਗੇ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਤਰਲੋਕ ਕਕਰਾਲੇ ਵਾਲਾ ਕਿੱਥੇ ਹੈ? ਤਾਂ ਤਰਲੋਕ ਨੇ ਕਿਹਾ, ਜੀ ਚੰਡੀਗੜ੍ਹ ਵਾਲੀ ਸੜਕ 'ਤੇ ਹੈ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਤੂੰ ਵਿਆਹਿਆ ਹੋਇਆ ਹੈ? ਤਰਲੋਕ, ਜੀ ਨਹੀਂ, ਮੰਗਣਾ ਕੀਤਾ ਹੋਇਆ ਹੈ। ਤਾਂ ਮਨੇਰ ਸਾਹਿਬ ਜੀ ਹੱਸਣ ਲੱਗੇ, ਬਸ ਤੂੰ ਤਾਂ ਕਰਾ ਲਿਆ ਮੰਗਣਾ। ਅਤੇ ਮਨੇਰ ਸਾਹਿਬ ਜੀ ਦੀ ਗੱਲ ਸੁਣ ਕੇ ਸਾਰੀ ਸੰਗਤ ਹੱਸਣ ਲੱਗੀ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਤੂੰ ਫਿਰ ਕਿਵੇਂ ਕਰੇਂਗਾ? ਅਤੇ ਤਰਲੋਕ ਨੇ ਕਿਹਾ, ਬਾਬਾ ਜੀ ਇੱਥੇ ਡੇਰੇ 'ਚ ਹੀ ਰਹਿਣ ਦਾ ਖਿਆਲ ਹੈ। ਅਤੇ ਮਨੇਰ ਸਾਹਿਬ ਜੀ ਨੇ ਫਰਮਾਇਆ, ਮਾਂ ਅਤੇ ਬਾਪੂ? ਤਰਲੋਕ ਨੇ ਕਿਹਾ, ਜੀ ਮਾਂ ਬਾਪ ਤਾਂ ਹੈ ਨਹੀਂ, ਇੱਕ ਭੈਣ ਹੈ ਅਤੇ ਇੱਕ ਭਰਾ ਹੈ, ਉਹ ਵਿਆਹੇ ਹੋਏ ਨੇ। ਤਾਂ ਮਨੇਰ ਸਾਹਿਬ ਜੀ ਨੇ ਫਰਮਾਇਆ, ਫਿਰ ਤਾਂ ਚੰਗਾ ਹੈ, ਫਿਰ ਤਾਂ ਤੂੰ ਵਿਹਲਾ ਹੋ ਗਿਆ। ਅਤੇ ਫਿਰ ਫਰਮਾਇਆ, ਡੇਰੇ ਵਿੱਚ ਰਹਿਣਾ ਹੈ ਤਾਂ ਔਖਾ, ਪਰ ਜੇ ਦਿਨ ਰਾਤ ਸੇਵਾ 'ਚ ਲੱਗਿਆ ਰਹੇ, ਨਾਲ ਸਿਮਰਨ ਕਰੇ, ਰਾਤ ਨੂੰ ਜਾਗੇ ਅਤੇ ਫਿਰ ਮਨ ਲੱਗ ਜਾਂਦਾ ਹੈ, ਨਹੀਂ ਤਾਂ ਬਹੁਤ ਮੁਸ਼ਕਲ ਹੈ। ਇੱਧਰ ਉੱਧਰ ਦੀ ਕੋਈ ਗੱਲ ਨਾ ਸੁਣੇ, ਆਪਣਾ ਮਸਤ ਹੋ ਕੇ ਲੱਗਿਆ ਰਹੇ। ਅਤੇ ਫਿਰ ਫਰਮਾਇਆ, ਦੇਖ ਲਓ ਬਾਲੂ ਰਾਮ ਸਾਰਾ ਦਿਨ ਮਸਤ ਰਹਿੰਦਾ ਹੈ। ਇਹ ਸੁਣ ਕੇ ਕਲਾਲ ਮਾਜਰਾ ਤੋਂ ਪਾਲ ਸਿੰਘ ਨੇ ਕਿਹਾ, ਬਾਬਾ ਜੀ ਬਾਲੂ ਰਾਮ ਤਾਂ ਰਾਤ ਨੂੰ ਸੌਂਦਾ ਵੀ ਨਹੀਂ, ਅਸੀਂ ਦੇਖਦੇ ਹਾਂ ਬਾਲੂ ਰਾਮ ਬੈਠਾ ਹੀ ਹੁੰਦਾ ਹੈ। ਮਨੇਰ ਸਾਹਿਬ ਜੀ ਨੇ ਫਰਮਾਇਆ, ਠੀਕ ਹੈ, ਮਨ ਨੂੰ ਵਿਹਲਾ ਨਾ ਛੱਡੋ, ਸੇਵਾ 'ਚ ਲਾਈ ਰੱਖੋ। ਮੌਲੀ ਰੋਮ ਵੀ ਸਾਰੀ ਰਾਤ ਸੌਂਦੇ ਨਹੀਂ ਸੀ, ਬੈਠੇ ਬੈਠੇ ਨੀਂਦ ਆ ਜਾਵੇ ਹੋਰ ਗੱਲ ਹੈ। ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਤਰਲੋਕ ਨੂੰ ਕਿ ਫਿਰ ਤੂੰ ਆਪਣੀ ਔਰਤ ਨੂੰ ਚਿੱਠੀ ਲਿਖ ਦੇ ਕਿ ਹੁਣ ਤੂੰ ਕਿਤੇ ਹੋਰ ਸ਼ਾਦੀ ਕਰਵਾ ਲੈ। ਵਚਨ ਨੰਬਰ 422।
ਪੂਜਯ ਮਨੇਜ ਸਾਹਿਬ ਜੀ ਨੇ ਪਾਲ ਸਿੰਘ ਨੂੰ ਮੁਖਾਤਬ ਹੋ ਕੇ ਫਰਮਾਇਆ, ਪਾਲ ਸਿੰਘ ਨੂੰ ਤਾਂ ਘਰੇ ਜਾਣਾ ਹੀ ਪੈਣਾ ਹੈ, ਬੱਚੇ ਨੇ ਉਹ ਵੀ ਲੈਣਾ ਦੇਣਾ ਖ਼ਤਮ ਕਰਨਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੇਜ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।